आसा महला पहला। एक न भरिया गुण कर धोवा, मेरा सौ जागै हऊँ निस पर सोमा। इयों क्यों कंत प्यारी होवा, सौ जागै हऊँ निस पर सोमा। रहाओ आस प्यासी सेजै आवा, आगे शह पावा के ना पावा। क्या जाना क्या होएगा री माई, हर दर्शन बिन रहन न जाई। रहाओ प्रेम न चाखिया, मेरी तिस ना बुझानी। गया तो जोबन तन पछतानी, अजय तो जागो आस प्यासी। भई ले उदासी रहो निरासी। रहाओ हम मैं खोए करे सिंगार, तो कामन से जय रवै पतार। तो नानक कंतै मन भावै, छोड़ वडाई अपने खसम समावै। रहाओ वाहिगुरु जी का खालसा, वाहिगुरु जी की फतेह। गुरु सवारी साध संगत जीओ, ये पावन शब्द जिसका पाठ आप जी ने श्रवण किया, ये आम शब्दां नालों एक विलक्षणता वाला शब्द है। वो विलक्षणता की है कि आम तौर ते शब्द के अंदर एक रहाओ या दो रहाओ होंदे, पर इस शब्द विच चार रहाओ आए हैं। और उन्हां चार रहाओ दे आउण नाल बड़ी डूंगी विचार करके गल समझ विच आउंदी है कि ये चार अवस्थावां हैं, चार स्टेजेस हैं। पहली स्टेज है पछतावे की, दूजी स्टेज है दर्शनों की तांग, तीजी स्टेज है व्याकुलता, ते चौथी स्टेज है रजा विच लीनता। क्योंकि इस मार्ग ते तुरन वास्ते अगवाई ते चाहिए, गाइडलाइन ते चाहिए। दास ने भी एक बारी बहुत छोटी उम्र विच साडे नगर विच संत दलेर सिंह जी निर्मले साधु सन। उन्हां दी संगत करदियां मन विच जिग्यासा हुई ते सवाल किया कि महाराज कृपा करके समझाओ कि परमेश्वर का सिमरन किवें कीता जाए, मन का टिकाव किवें बने। कहन लगे वाहिगुरु का सिमरन करया करो। मैं कहा जी वाहिगुरु वाहिगुरु कहंदियां भी मन नहीं टिकना। फिर उन्होंने कृपा की, कहन लगे सब तो पहला अपने कर्म कांड नूं शुद्ध करो। मैं कहा जी वो की हुंदा? कहंदे जिहड़े तुहाडे इंद्रे हन, जिन्हां नाल तुसीं कर्म करदे हो, उन्हां नूं शुद्ध करो। भाव उन्हां नूं भैड़े पासों हटाओ, चंगे पासे लाओ। इस अवस्था नूं कर्म कांड कहंदे ने। जदों तुसीं कर्म कांड विच कामयाब हो जाओगे,
ਆਪਣੇ ਹੱਥਾਂ ਨੂੰ, ਪੈਰਾਂ ਨੂੰ, ਅੱਖਾਂ ਨੂੰ, ਨੱਕ ਨੂੰ, ਕੰਨ ਨੂੰ ਸ਼ੁੱਧ ਕਰ ਲਓਗੇ, ਫਿਰ ਤੁਹਾਨੂੰ ਆਨੰਦ ਆਏਗਾ। ਜਿਹੜੀ ਚੀਜ਼ ਨਾਲ ਬੰਦੇ ਨੂੰ ਸੁੱਖ ਤੇ ਆਨੰਦ ਆਵੇ, ਉਹਦੇ ਲਈ ਉਹਦੇ ਮਨ ਵਿੱਚ ਫਿਰ ਸ਼ਰਧਾ ਪੈਦਾ ਹੋ ਜਾਂਦੀ। ਇਹਨੂੰ ਕਹਿੰਦੇ ਹਨ ਉਪਾਸ਼ਨਾ ਕਾਂਡ। ਪਹਿਲਾ ਕਰਮ ਕਾਂਡ, ਫਿਰ ਉਪਾਸ਼ਨਾ ਕਾਂਡ। ਤੇ ਜਦੋਂ ਕੋਈ ਉਪਾਸ਼ਨਾ ਕਾਂਡ ਵਿੱਚ ਪਹੁੰਚ ਜਾਂਦਾ, ਫਿਰ ਉਹਦੇ ਅਨੁਸਾਰ ਉਹ ਅਮਲ ਕਰਦਾ, ਉਹਨੂੰ ਫਿਰ ਗਿਆਨ ਹੋ ਜਾਂਦਾ। ਇਹਨੂੰ ਗਿਆਨ ਕਾਂਡ ਕਹਿੰਦੇ। ਤੇ ਚੌਥਾ ਹੈ ਪ੍ਰਤੱਖ ਹੋ ਜਾਣਾ। ਉਹਨਾਂ ਨੇ ਇਸ ਤਰੀਕੇ ਨਾਲ ਸਮਝਾਉਣ ਦੀ ਕਿਰਪਾ ਕੀਤੀ। ਜਦੋਂ ਬਾਣੀ ਦੀ ਵਿਚਾਰ ਕੀਤੀ ਗੁਰੂ ਨਾਨਕ ਸਾਹਿਬ ਨੇ ਇਹਨੂੰ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸੱਚਖੰਡ ਦੇ ਰੂਪ ਵਿੱਚ ਸਮਝਾਇਆ। ਤੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਹਨ 4 ਅਵਸਥਾਵਾਂ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਪਹਿਲੀ ਅਵਸਥਾ, ਏਕ ਨ ਭਰੀਆ ਗੁਣ ਕਰ ਧੋਵਾਂ। ਭਰੀਆ ਦਾ ਮਤਲਬ ਹੈ ਮੇਰੀ ਆਤਮਾ ਲਿਬੜੀ ਹੋਈ ਹੈ ਔਗਣਾਂ ਦੇ ਨਾਲ। ਇੱਕ ਔਗਣ ਨਹੀਂ, ਅਨੇਕਾਂ ਹੀ ਔਗਣ ਹਨ। ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਗੁਰਮੁਖ ਗੁਣ ਵਿਹਾਜੀ ਹੈ, ਮਨ ਹੋਮੇ ਕੱਢੇ ਤੋਏ। ਆਖਿਆ ਏਕ ਨਾ ਭਰੀਆ, ਮੈਂ ਇੱਕ ਔਗਣ ਨਾਲ ਨਹੀਂ ਭਰੀ ਹੋਈ। ਜੇ ਇੱਕ ਗੁਣ ਕਰਕੇ ਮੈਂ ਉਹਨੂੰ ਧੋ ਦਿਆਂ, ਉਹ ਔਗਣ ਕੀ ਹੈ? ਮੇਰਾ ਸੋ ਜਾਗੈ ਹਉ ਨਿਸ ਪਰ ਸੋਵਾਂ। ਜਿਹੜਾ ਪਤੀ ਪਰਮੇਸ਼ਵਰ ਹੈ ਉਹ ਤੇ ਦਿਨੇ ਰਾਤੀ ਜਾਗ ਰਿਹਾ, ਔਰ ਮੈਂ ਰਾਤ ਭਰ ਸਾਰੀ ਜ਼ਿੰਦਗੀ ਮਾਇਆ ਦੇ ਮੋਹ ਵਿੱਚ ਸੁੱਤੀ ਹੋਈ। ਇਉਂ ਕਿਉਂ ਕੰਤ ਪਿਆਰੀ ਹੋਵਾਂ। ਇਉਂ ਇਸ ਤਰ੍ਹਾਂ, ਕਿਉਂ ਕਿਵੇਂ ਉਸ ਪਰਮੇਸ਼ਵਰ ਨੂੰ, ਪਤੀ ਨੂੰ, ਕੰਤ ਨੂੰ ਕਿਵੇਂ ਪਿਆਰੀ ਹੋ ਸਕਦੀ। ਸੋ ਜਾਗੈ ਹਉ ਨਿਸ ਪਰ ਸੋਵਾਂ। ਮੇਰਾ ਪਤੀ ਤੇ ਜਾਗਦਾ ਹੈ, ਮੈਂ ਰਾਤ ਭਰ ਸੁੱਤੀ ਰਹਿੰਦੀ। ਇਸ ਅਵਸਥਾ ਨੂੰ ਪਛਤਾਵਾ ਕਿਹਾ ਜਾਂਦਾ। ਇਹ ਪਛਤਾਵਾ ਵੀ ਉਦੋਂ ਮਨੁੱਖ ਦੀ ਸੋਚ ਵਿੱਚ ਆਉਂਦਾ ਜਦੋਂ ਉਹ ਸਤ ਸੰਗਤ ਵਿੱਚ ਆਵੇ, ਜਦੋਂ ਉਹ ਆਪਣੇ ਆਪ ਦੀ ਸਵੈ ਪੜਚੋਲ ਕਰੇ। ਧਿਆਨ ਮਾਰੋ ਕਿ ਅਸੀਂ ਪੜਚੋਲ ਕਰਦੇ ਹਾਂ। ਅਸੀਂ ਤੇ ਬੇਪਰਵਾਹ ਹੋਏ ਹੋਏ, ਪਰ ਗੁਰੂ ਬਾਬਾ ਜੀ ਕਿਰਪਾ ਕਰਕੇ ਸਾਨੂੰ ਉਸ ਅਵਸਥਾ ਵਿੱਚ ਲਿਆਉਣਾ ਚਾਹੁੰਦੇ। ਹੁਣ ਹਰ ਇੱਕ ਜੀਵ ਇਸਤਰੀ ਆਪਣੇ ਆਪ ਉੱਤੇ ਟੁਕਾ ਕੇ ਇਹ ਪੰਕਤੀਆਂ ਪੜ੍ਹੇ। ਮੈਂ ਆਪਣੀ ਜਗ੍ਹਾ ਪੜ੍ਹਾਂ, ਤੁਸੀਂ ਆਪਣੀ ਜਗ੍ਹਾ ਪੜ੍ਹੋ। ਏਕ ਨ ਭਰੀਆ ਗੁਣ ਕਰ ਧੋਵਾਂ। ਮੇਰਾ ਸੋ ਜਾਗੈ ਹਉ ਨਿਸ ਪਰ ਸੋਵਾਂ। ਇਉਂ ਕਿਉਂ ਕੰਤ ਪਿਆਰੀ ਹੋਵਾਂ। ਸੋ ਜਾਗੈ ਹਉ ਨਿਸ ਪਰ ਸੋਵਾਂ। ਰਹਾਓ। ਕਿਉਂਕਿ ਜਦੋਂ ਤੀਕਰ ਮਨੁੱਖ ਦੇ ਅੰਦਰ ਪਛਤਾਵਾ ਨਹੀਂ, ਉਹ ਆਪਣੇ ਆਪ ਨੂੰ ਸਵਾਰਨ ਵਾਲੇ ਪਾਸੇ ਤੁਰਦਾ ਹੀ ਨਹੀਂ। ਸਾਡੀ ਬਿਰਤੀ ਬਣ ਗਈ ਕਿ ਨਹੀਂ ਅਸੀਂ ਬਿਲਕੁਲ ਠੀਕ ਹਾਂ, ਸਾਡੇ ਵਿੱਚ ਕੋਈ ਗਲਤੀ ਹੈ ਹੀ ਨਹੀਂ। ਤੇ ਮਹਾਰਾਜ ਕਹਿ ਰਹੇ ਨੇ ਨਹੀਂ, ਸਾਡੇ 'ਚ ਬਹੁਤ ਗਲਤੀਆਂ। ਇਹ ਅਹਿਸਾਸ ਕਰਨਾ, ਆਪਣੇ ਔਗਣਾਂ ਵੱਲ ਦੇਖਣਾ ਤੇ ਉਹਨਾਂ ਔਗਣਾਂ ਨੂੰ ਦੂਰ ਕਰਨ ਦੀ ਗੱਲ ਸੋਚਣੀ ਚਾਹੀਦੀ। ਇਹਨੂੰ ਮਹਾਰਾਜ ਨੇ ਪਛਤਾਵਾ ਕਿਹਾ। ਫਿਰ ਧਿਆਨ ਨਾਲ ਵਿਚਾਰੋ। ਏਕ ਨ ਭਰੀਆ ਗੁਣ ਕਰ ਧੋਵਾਂ। ਮੇਰੇ ਵਿੱਚ ਇੱਕ ਔਗਣ ਨਹੀਂ ਜਿਹੜਾ ਮੈਂ ਕਿਸੇ ਗੁਣ ਨਾਲ ਧੋ ਲਵਾਂ। ਮੇਰਾ ਸੋ ਜਾਗੈ
ਹਉ ਨਿਸ ਪਰ ਸੋਮਾ। ਮੇਰਾ ਪਤੀ ਤਾਂ ਜਾਗ ਰਿਹਾ ਪਰ ਮੈਂ ਸੁੱਤੀ ਪਈ। ਇਉਂ ਕਿਉਂ ਕੰਤ ਪਿਆਰੀ ਹੋਵਾਂ। ਇਉਂ ਮੈਂ ਕੰਤ ਨੂੰ ਕਿਵੇਂ ਚੰਗੀ ਲੱਗ ਸਕਦੀ। ਸੋ ਜਾਗੈ ਹਉ ਨਿਸ ਪਰ ਸੋਮਾ ਰਹਾਓ। ਜਦੋਂ ਇਹ ਪਛਤਾਵਾ ਹੋਵੇਗਾ ਫਿਰ ਉਹਨੂੰ ਮਿਲਣ ਦੀ ਇੱਛਾ ਹੋਵੇਗੀ, ਤਾਂਘ ਹੋਵੇਗੀ। ਆਸ ਪਿਆਸੀ ਸੇਜੈ ਆਵਾਂ। ਆਸ ਲੈ ਕੇ, ਤਮੰਨਾ ਲੈ ਕੇ, ਇੱਛਾ ਲੈ ਕੇ ਜਦੋਂ ਮੈਂ ਇਸ ਵਿਚਾਰ ਦੇ ਅਧੀਨ ਆਪਣੇ ਹਿਰਦੇ ਰੂਪੀ ਸੇਜ ਵੱਲ ਆਵਾਂ, ਫਿਰ ਮਨ ਵਿੱਚ ਇਹ ਤਾਂਘ ਤੇ ਹੈ, ਆਗੈ ਸ਼ੈ ਭਾਵਾਂ ਕੇ ਨਾ ਭਾਵਾਂ। ਮੈਂ ਆਪਣੇ ਪਤੀ ਨੂੰ ਚੰਗੀ ਲੱਗਾਂਗੀ ਕਿ ਨਹੀਂ ਲੱਗਾਂਗੀ। ਕਿਆ ਜਾਨਾ ਕਿਆ ਹੋਏਗਾ ਰੀ ਮਾਈ। हे मां, पता नहीं की बनेगा। क्या जाना क्या होएगा री माई। पता नहीं मैनू परमात्मा पति पसंद करे कि ना करे। हर दर्शन बिन रहन न जाई। पर हुण ये भी तांग जाग पई है कि हरि दे दर्शना तो बिना रहना भी बड़ा मुश्किल है। पहली अवस्था सी पछतावे दी, दूजी अवस्था है दर्शना की तांग, ते तीजी अवस्था है व्याकुलता। प्रेम न चाखिया मेरी तिस ना बुझानी। जदों तीकर मैं अपने पति दे प्रेम नूं चाखिया नहीं, माणिया नहीं, मेरी संसारी पदार्थां वल्लों ये जिहड़ी तृष्णा है ये बुझदी नहीं, ये अग शांत हुंदी नहीं। गया सो जोबन धन पछतानी। जिहड़ा मेरा जीवन दा वधिया समा सी, जोबन जवानी, वो तो इवें बीत गया। धन पछतानी। हुण ये जीव इस्त्री पछताउंदी। ये दी व्याकुलता। प्रेम न चाखिया मेरी तिस ना बुझानी। इनू तिसन नहीं करना। ये पाठ तिस ना बुझानी, क्योंकि इत्थे तिस का मतलब है तृषा, तिखा, प्यास। ना बुझानी, वो नहीं बुझी, क्योंकि मैं परमात्मा दे पति दे प्यार नू चखिया नहीं, माणिया नहीं। इच्छा है, दर्शना की तांग की इच्छा है, पर मैं हाली तक उत्थे पहुंच नहीं सकी। प्रेम न चाखिया मेरी तिस न बुझानी। गया तो जोबन धन पछतानी। जिहड़ा मेरा जीवन का वधिया समा सी वो तो बीत गया। हुण ये जीव रूप इस्त्री पछतानी, पछता रही। अजय सो जागूं आस प्यासी। अजय सो जागूं, हाली मैं जाग रही हाँ, चाह रही हाँ, पर मन विच आस प्यासी, आस लगी हुई है परमात्मा दे दर्शनां की। भई ले उदासी रहो निरासी। पर हुण मैं उदास भी हाँ। सचमुच जदों कुछ करन दा समा हुंदा उदों असीं नहीं जागते। गुरु तेग बहादुर जी ने भी फरमाया, करनो हो तो सो ना कियो, परयो लोभ के फंद। नानक समयो रम गयो, अब क्यों रोवत अंध। फिर बाद विच पछताए तो बिना होर कुछ रह नहीं जाता। प्रेम न चाखिया मेरी तिस ना बुझानी। गया तो जोबन धन पछतानी। हुण चौथे पद विच कहंदे ने, अजय तो जागूं आस प्यासी।
ਹਾਲੀ ਤੀਕਰ ਅਜੈ ਹੁਣ ਜਾਗੋ ਜਾਗਦੀ ਆਸ ਪਿਆਸੀ, ਇਹ ਉਮੀਦ ਲੈ ਕੇ, ਦਰਸ਼ਨਾਂ ਦੀ ਤਾਂਘ ਲੈ ਕੇ ਮੈਂ ਜਾਗਦੂ। ਭਈ ਲੈ ਉਦਾਸੀ ਰਹੋ ਨਿਰਾਸੀ, ਪਰ ਜਦੋਂ ਤੀਕਰ ਮੈਨੂੰ ਪ੍ਰਾਪਤੀ ਹੋ ਨਹੀਂ ਜਾਂਦੀ, ਪ੍ਰਤੱਖ ਹੋ ਨਹੀਂ ਜਾਂਦਾ, ਉਦੋਂ ਤੀਕਰ ਮੈਂ ਉਦਾਸ ਹਾਂ ਤੇ ਨਿਰਾਸ਼ ਹਾਂ। ਹੁਣ ਅਖੀਰ ਵਿੱਚ ਮਹਾਰਾਜ ਨੇ ਚੌਥੇ ਰਾਹੋ ਦੇ ਪਦੇ ਵਿੱਚ ਇਸ ਨੂੰ ਖੋਲੇ। ਆਖਿਆ ਹਉਮੈ ਖੋਏ ਕਰੇ ਸਿੰਗਾਰ। ਲੋ ਗੱਲ ਵਿੱਚੋਂ ਹਉਮੈ ਦੀ, ਜਿਹੜੀ ਸਾਨੂੰ ਨਾ ਪਛਤਾਵਾ ਕਰਨ ਦਿੰਦੀ ਹੈ, ਨਾ ਦਰਸ਼ਨਾਂ ਦੀ ਤਾਂਘ ਜਾਗਦੀ ਹੈ, ਨਾ ਕਦੇ ਵਿਆਕੁਲਤਾ ਹੁੰਦੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵੀ ਇਹਦੇ ਉੱਤੇ ਬੜਾ ਸੁੰਦਰ ਸ਼ਬਦ ਲਿਖੇ। ਪਾਤਸ਼ਾਹ ਫਰਮਾਉਂਦੇ ਨੇ, ਏਕਾ ਸੇਜ ਵਿਛੀ ਧਨ ਕੰਤਾ, ਧਨ ਸੂਤੀ ਪਿਰ ਸਦ ਜਾ ਘੰਤਾ, ਪੀਓ ਮਦਰੋ ਧਨ ਮਤਵੰਤਾ, ਧਨ ਜਾਗੈ ਜੇ ਪਿਰ ਬੋਲੰਤਾ। ਆਖਾ ਇੱਕ ਹਿਰਦੇ ਰੂਪੀ ਸੇਜ ਹੈ, ਉਹਦੇ ਉੱਤੇ ਜੀਵ ਇਸਤਰੀ ਹੈ, ਉਹਦੇ ਤੇ ਪਰਮਾਤਮਾ ਪਤੀ। ਏਕਾ ਸੇਜ ਵਿਛੀ ਧਨ ਕੰਤਾ, ਧਨ ਸੂਤੀ ਪਿਰ ਸਦ ਜਾ ਘੰਤਾ, ਪਈ ਨਿਰਾਸੀ ਬਹੁਤ ਦਿਨ ਲਾਗੇ, ਦੇਸ ਦਿਸੰਤਰ ਮੈਂ ਸਗਲੇ ਚਾਗੇ, ਖਿਨ ਰਹਿਣ ਨਾ ਪਾਵੋ ਬਿਨ ਪਗ ਭਾਗੇ, ਹੋਏ ਕਿਰਪਾਲ ਪ੍ਰਭ ਮਿਲੈ ਸੁਭਾਗੇ। ਇਹ ਪੜਚੋਲ ਹੈ। ਜਦੋਂ ਤੀਕਰ ਅੰਦਰ ਤਾਂਘ ਨਹੀਂ ਪੈਦਾ ਹੁੰਦੀ, ਉਦੋਂ ਤੀਕਰ ਜੀਵਨ ਦੀ ਸਫਲਤਾ ਦਾ ਰਸਤਾ ਨਹੀਂ ਪਤਾ ਲੱਗਦਾ। ਫਿਰ ਬਾਦਸ਼ਾਹ ਕਹਿੰਦੇ ਨੇ, ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਝੀ ਤਪਤ ਘਰੈ ਪਿਰ ਪਾਇਆ। ਜਦੋਂ ਉਹਦੀ ਕਿਰਪਾ ਹੋਈ, ਸਤ ਸੰਗਤ ਵਿੱਚ ਮੇਲ ਹੋ ਗਈ, ਗੁਰਮੁਖਾਂ ਦੀ ਸੰਗਤ ਮਿਲ ਗਈ, ਸੁਹਾਗਣਾਂ ਦੀ ਸੰਗਤ ਮਿਲ ਗਈ। ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਝੀ ਤਪਤ ਘਰੈ ਪਿਰ ਪਾਇਆ। ਸਗਲ ਸਿੰਗਾਰ ਹੁਣ ਮੁਝੈ ਸੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ। ਜਾਂ ਦੇਖਾਂ ਤਾਂ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਹੁਣ ਉੱਪਰਲੀਆਂ 3 ਸਟੇਜਾਂ ਜੋ ਹਨ, ਜਿਨ੍ਹਾਂ ਵਿੱਚ ਪਛਤਾਵਾ ਵੀ ਹੈ, ਦਰਸ਼ਨਾਂ ਦੀ ਤਾਂਘ ਵੀ ਹੈ ਅਤੇ ਵਿਆਕੁਲਤਾ ਵੀ। ਪਰ ਚੌਥੀ ਸਟੇਜ ਉਹ ਹੈ ਜਿਸ ਵਿੱਚ ਜੀਵ ਇਸਤਰੀ ਹਉਮੈ ਖੋਏ ਕਰੇ ਸਿੰਗਾਰ। ਹਉਮੈ ਛੱਡ ਕੇ ਸਿੰਗਾਰ ਕਰਨਾ, ਆਪਣੇ ਜੀਵਨ ਨੂੰ ਸਵਾਰਨਾ। ਦੇਖੋ, ਹਰ ਇਸਤਰੀ ਜਾਣਦੀ ਹੈ ਕਿ ਉਹ ਸਿੰਗਾਰ ਕਿਉਂ ਕਰਦੀ ਹੈ, ਮੇਕਅਪ ਕਿਉਂ ਕਰਦੀ ਹੈ, ਉਹਦੇ ਅੰਦਰ ਦੀ ਭਾਵਨਾ ਕੀ ਹੈ। ਉਹ ਆਪਣੇ ਪਤੀ ਨੂੰ ਪ੍ਰਸੰਨ ਕਰਨਾ ਚਾਹੁੰਦੀ, ਪਰ ਇੱਥੇ ਸ਼ੁਭ ਗੁਣਾਂ ਦਾ ਸ਼ਿੰਗਾਰ ਕਰਨਾ ਹੈ। ਪਰ ਇਹ ਸ਼ਿੰਗਾਰ ਤਾਂ ਚੰਗਾ ਲੱਗੇਗਾ ਪ੍ਰਭੂ ਪਤੀ ਨੂੰ ਜੇ ਅੰਦਰੋਂ ਹਉਮੈ ਖਤਮ ਹੋ ਜਾਏ। ਕਿਉਂਕਿ ਪਾਤਸ਼ਾਹ ਨੇ ਜਦੋਂ ਸਾਨੂੰ ਸ਼ਬਦ ਹਜ਼ਾਰੇ ਬਾਣੀ ਵੀ ਸਮਝਾਏ, ਇਹ ਆਨੜੀਏ ਮਾਨੜਾ ਕਾਇ ਕਰੇ। ਹੇ ਇਆਣੀ ਜੀਵ ਇਸਤਰੀ, ਤੂੰ ਕਿਉਂ ਮਨ ਕਰਦੀ? ਆਪ ਨੜੈ ਘਰ ਹਰ ਰੰਗੋ ਕੀ ਨਾ ਮਾਨੇ। ਸ਼ਹਿ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ। ਆਖਿਆ ਜੇ ਤੂੰ ਸ਼ਿੰਗਾਰ ਕਰਨਾ, ਪੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ। ਤਾਂ ਸੁਹਾਗਣ ਜਾਣੀਏ ਲਾਗੀ,
जहाँ शह धरे प्यारो, यानी बाली क्या करे, जहाँ धन कंत न भावे, करण पला करे बहु तेरे। बड़ा कुछ करती पर जद तक पति ਨੂੰ ਚੰਗਾ ਨਹੀਂ ਲੱਗਦਾ ਉਹਦਾ ਕੀਤਾ ਕਿਸੇ ਕੰਮ ਨਹੀਂ। तो गल की चौथे पद विच अखीर निचोड़ कर दे, हौमै खोए करे चिंगार, तो कामण सेजै रवै पतार। अंदरों अहंकार छड़ दे ते शुभ गुणां दा शिंगार करना करे। बाणी विच हर गल गुरुदेव ने समझाई। आख्या गुण कामण कामण करे, तो प्यारे को पावे। ਹੁਣ ਇੱਥੇ ਕਾਮਣ ਅੱਖਰ ਦੋ ਰੂਪਾਂ ਵਿੱਚ ਆਇਆ। ਇੱਕ ਕਾਮਣ ਦਾ ਨਾਣਾ ਮੁਕਤਾ ਹੈ, ਇੱਕ ਕਾਮਣ ਦੇ ਨਾਣੇ ਨੂੰ ਸਿਆਰੀ ਹੈ। ਜਿਹੜਾ ਕਾਮਣ ਦਾ ਨਾਣਾ ਮੁਕਤਾ ਉਹਦਾ ਅਰਥ ਹੈ ਟੂਣੇ। ਗੁਣ ਕਾਮਣ ਕਾਮਣ ਕਰੇ, ਜੇ ਜੀਵ ਇਸਤਰੀ ਗੁਣਾਂ ਦਾ ਟੂਣਾ ਕਰੇ ਫਿਰ ਪਿਆਰੇ ਨੂੰ ਪ੍ਰਾਪਤ ਕਰ ਸਕਦਾ। ਗੁਣਾਂ ਦਾ ਟੂਣਾ ਕਰਨ ਦਾ ਮਤਲਬ ਆਪਣੇ ਅੰਦਰੋਂ ਔਗੁਣ ਕੱਢੇ, ਆਪ ਗਵਾਈਏ ਤਾਂ ਸ਼ੈ ਪਾਈਏ। ਔਰ ਐਸੀ ਚਤੁਰਾਈ ਸ਼ੈ ਨਜ਼ਰ ਕਰ ਦੇਖੈ, ਸੋ ਦਿਨ ਲੇਖੈ ਕਾਮਣ ਨੌ ਨਿਧ ਪਾਈ। ਆਪਣੇ ਕੰਤ ਪਿਆਰੀ, ਉਹ ਆਪਣੇ ਕੰਤ ਨੂੰ ਚੰਗੀ ਲੱਗਦੀ। कदों हौमै खोए करे चिंगार, तो कामण से जय रवै पतार। तदों ओ जीव इस्तरी सेजै रवै पतार, परमात्मा पति नाल इकमिक हो सकती, ਉਹਦਾ ਪਿਆਰ ਮਨਾ ਮਾਨ ਸਕ। ਤਉ ਨਾਨਕ ਕੰਤੈ ਮਨ ਭਾਵੈ, ਤਉ ਤਦੋਂ ਨਾਨਕ ਜੀ ਫਰਮਾਉਂਦੇ ਨੇ ਕੰਤੈ ਮਨ ਭਾਵੈ। ਕੰਤੈ ਦੇ ਤੱਤੇ ਨੂੰ ਦੋ ਰਾਵਾਂ ਨੇ। ਆਪਣੇ ਕੰਤ ਦੇ ਮਨ ਨੂੰ ਚੰਗੀ ਲੱਗਦੀ, ਛੋੜ ਵਡਾਈ ਆਪਣੇ ਖਸਮ ਸਮਾਵੈ। ਇਹ ਜਿਹੜੀਆਂ ਸੰਸਾਰ ਦੀਆਂ ਵਡਿਆਈਆਂ ਤੇ ਹਉਮੈ ਹੈ, ਛੋੜ ਵਡਾਈ ਆਪਣੇ ਖਸਮ ਸਮਾਵੈ। ਫਿਰ ਵਾਹਿਗੁਰੂ ਪਰਮਾਤਮਾ ਦੇ ਨਾਲ ਉਹਦਾ ਮਿਲਾਪ ਹੋ ਜਾਂਦਾ। ਜਦੋਂ ਉਹਦਾ ਮਿਲਾਪ ਹੋ ਜਾਂਦਾ, ਇਹ ਅਵਸਥਾ ਹੈ ਰਜ਼ਾ ਵਿੱਚ ਰਾਜ਼ੀ ਰਹਿਣ ਦੀ। ਜਦੋਂ ਇਹ ਅਵਸਥਾ ਹੁੰਦੀ ਹੈ, ਹਉ ਹਉ ਮੈਂ ਵਿੱਚੋਂ ਖੋਵੈ, ਦੂਜੀ ਦੁਰਮਤ ਸ਼ਬਦੇ ਧੋਵੈ। ਤੋ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਨੇ ਇਸ ਜੀਵ ਇਸਤਰੀ ਨੂੰ ਪਰਮਾਤਮਾ ਪਤੀ ਨਾਲ ਮਿਲਣ ਦੀ ਤਾਂਗ ਵੀ ਹੋਣੀ ਚਾਹੀਦੀ, ਔਰ ਆਪਣੇ ਔਗੁਣਾਂ ਤੇ ਪਛਤਾਵਾ ਵੀ ਹੋਣਾ ਚਾਹੀਦਾ, ਤੇ ਅੰਦਰ ਵਿਆਕੁਲਤਾ ਮਿਲਣ ਦਾ ਜਜ਼ਬਾ ਵੀ ਹੋਣਾ ਚਾਹੀਦਾ। ਫਿਰ ਇਹ ਅਵਸਥਾ ਹੁੰਦੀ ਹੈ ਕਿ ਹਉਮੈ ਖੋਏ ਕਰੇ ਸਿੰਗਾਰ, ਤਉ ਕਾਮਣ ਸੇਜੈ ਰਵੈ ਪਤਾਰ। ਤਉ ਨਾਨਕ ਕੰਤੈ ਮਨ ਭਾਵੈ, ਛੋੜ ਵਡਾਈ ਆਪਣੇ ਖਸਮ ਸਮਾਵੈ। ਰਹਾਉ। तो इस तरह इस पावनी शब्द के अंदर 4 रहाव ने। हर रहाव के नाल एक एक स्टेज, एक एक अवस्था का जिक्र जगत गुरु गुरु नानक पातशाह ने किया। जितनी क दास नूं समझ आई है, उस तुच्छ बुद्धि के नाल गुरबाणी की रोशनी विच इनू विचारन का यत्न किया है। वाहिगुरु जी का खालसा, वाहिगुरु जी की फतेह।